ਮੈਕਸੀਕੋ ਨੇ ਯੂਐਸਏ ਨਾਲ ਐਗਰੀਮੈਂਟ ਸਾਈਨ ਕੀਤਾ ਜਿਹਦੇ ਵਿੱਚ ਇਲੀਗਲ ਕ੍ਰੋਸਿੰਗ ਦੇ ਬਾਰੇ ਕਾਫੀ ਗੱਲਾਂ ਕੀਤੀਆਂ ਗਈਆਂ। ਕੀ ਉਹ ਗੱਲਾਂ? ਹਾਂਜੀ ਬਰਾੜ ਸਾਹਿਬ, ਮੈਕਸੀਕੋ ਤੇ ਯੂਐਸਏ ਦਾ ਇੱਕ ਐਗਰੀਮੈਂਟ ਹੋਇਆ, ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਮੁੱਖ ਵਿਸ਼ਾ ਸੀਗਾ ਇਲੀਗਲ ਕ੍ਰੋਸਿੰਗ ਦਾ। ਮੈਕਸੀਕੋ ਯੂਐਸ ਨੂੰ ਜਿਹੜੇ ਬਾਰਡਰ ਤੋਂ ਟੱਪ ਕੇ ਇੱਧਰ ਆ ਰਹੇ ਆ ਜਾਂ ਟੱਪਣ ਦੀ ਕਗਾਰ ਤੇ ਉੱਧਰ ਬੈਠੇ ਉਡੀਕ ਰਹੇ ਆ, ਉਹਨਾਂ ਨੂੰ ਡਿਪੋਰਟ ਕਰਨ ਬਾਰੇ ਗੱਲਬਾਤ ਹੋਈ ਹੈ। ਯੂਐਸਏ ਨੇ ਕਿਹਾ ਕਿ ਸਾਡੇ ਇੱਥੇ ਆਉਣ ਤੋਂ ਪਹਿਲਾਂ ਹੀ ਤੁਸੀਂ ਇਹਨਾਂ ਨੂੰ ਡਿਪੋਰਟ ਕਰ ਦਿਆ ਕਰੋ ਤੇ ਇਸ ਤੋਂ ਇਲਾਵਾ ਹੋਰ ਵੀ ਸਖਤ ਐਕਸ਼ਨ ਲਓ ਤਾਂ ਕਿ ਜਿਹੜਾ ਇਹ ਸਰਜ ਆ, ਜਿਹੜਾ ਲਗਾਤਾਰ ਇੱਥੇ ਲੋਕਾਂ ਦਾ ਰਸ਼ ਵੱਧ ਰਿਹਾ, ਉਸ ਨੂੰ ਰਿਡਿਊਸ ਕੀਤਾ ਜਾ ਸਕੇ। ਇਹ ਮੀਟਿੰਗ ਸੀਗੀ ਮੈਕਸੀਕਨ ਅਫੀਸ਼ੀਅਲਸ ਦੀ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਅਫੀਸ਼ੀਅਲ ਦੇ ਨਾਲ। ਇਹ ਜਿਹੜੀ ਮੀਟਿੰਗ ਹੈ ਇਹਦੇ ਚ ਮੇਨ ਮੁੱਦਾ ਹੀ ਇਹ ਸੀ ਕਿ ਟੈਕਸਸ ਦੇ ਐਲਪਾਸੋ ਬਾਰਡਰ ਤੇ ਜਿਹੜੀਆਂ ਕ੍ਰੋਸਿੰਗ ਲਗਾਤਾਰ ਵੱਧ ਰਹੀਆਂ ਨੇ ਤੇ ਸਤੰਬਰ ਮਹੀਨੇ ਦੇ ਵਿੱਚ ਰਿਕਾਰਡ ਟੱਚ ਕਰਨਗੀਆਂ। ਇਸ ਕਰਕੇ ਯੂਐਸ ਨੂੰ ਜਿਹੜਾ ਇੰਟਰਨੈਸ਼ਨਲ ਬ੍ਰਿਜ ਹੈ, ਮੈਕਸੀਕੋ ਦੀ ਜਿਹੜੀ ਮੇਨ ਕਾਰਗੋ ਟ੍ਰੇਨ ਹੈ, ਇਹ ਦੋਵੇਂ ਚੀਜ਼ਾਂ ਨੂੰ ਟੈਂਪਰੇਰੀ ਤੌਰ ਤੇ ਬੰਦ ਵੀ ਕਰਨਾ ਪੈ ਗਿਆ ਕਿਉਂਕਿ ਬਹੁਤ ਸਾਰੇ ਜਿਹੜੇ ਮਾਈਗ੍ਰੈਂਟਸ ਆ, ਇਲੀਗਲ ਕ੍ਰੋਸਿੰਗ ਕਰਨ ਵਾਲੇ ਲੋਕ ਆ, ਉਹ ਟ੍ਰੇਨ ਦੇ ਨਾਲ ਰਿਸਕ ਲੈ ਕੇ ਲਮਕ ਕੇ ਆਪਣੇ ਬੱਚਿਆਂ ਦੀ ਜਾਨ ਨੂੰ ਖਤਰੇ 'ਚ ਪਾ ਕੇ ਵੀ ਯੂਐਸ ਦੇ ਵਿੱਚ ਕ੍ਰੋਸ ਕਰਦੇ ਸੀਗੇ ਤੇ ਲੰਘ ਆਉਂਦੇ ਸੀਗੇ। ਮੀਟਿੰਗ ਦੇ ਵਿੱਚ ਮੈਕਸੀਕੋ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਨਦਰਨ ਸ਼ਹਿਰ ਹੈ, ਜਿੱਥੇ ਮਾਈਗ੍ਰੈਂਟਸ ਬਹੁਤ ਜ਼ਿਆਦਾ ਆ ਕੇ ਬੈਠੇ ਹੁੰਦੇ ਆ, ਉਡੀਕ ਰਹੇ ਹੁੰਦੇ ਆ ਕਿ ਜਦੋਂ ਅਗਲੇ ਪਾਸੋਂ ਖਤਰਾ ਹਟ ਜਾਵੇ ਉਦੋਂ ਅਸੀਂ ਕ੍ਰੋਸ ਕਰ ਜਾਵਾਂਗੇ। ਹੁਣ ਮੈਕਸੀਕੋ ਉਹਨਾਂ ਨਦਰਨ ਸ਼ਹਿਰਾਂ ਨੂੰ ਖਾਲੀ ਕਰਨ ਤੇ ਜ਼ੋਰ ਦੇਊਗਾ ਤਾਂ ਕਿ ਸੈਨ ਡੀਏਗੋ, ਈਗਲ ਪਾਸ ਵਾਲੇ ਜਿਹੜੇ ਏਰੀਆਜ਼ ਆ ਟੈਕਸਸ ਦੇ, ਉੱਥੇ ਕਿਉਂਕਿ ਹੁਣ ਸਟੇਟ ਐਮਰਜੈਂਸੀ ਲੱਗੀ ਆ, ਉੱਥੇ ਇਸ ਸਰਜ ਨੂੰ ਘਟਾਇਆ ਜਾ ਸਕੇ। ਜੀ ਬਰਾੜ ਜੀ, ਸਾਹਿਬ। ਇਹ ਗੱਲ ਹੁਣ ਇੱਕ ਹੋਰ ਆਉਂਦੀ ਆ ਵੀ ਮੈਕਸੀਕੋ ਦੇ ਵਿੱਚ ਕਾਫੀ ਇਲਜ਼ਾਮ ਲਾਏ ਜਾਂਦੇ ਵੀ ਜਿਹੜੇ ਮੈਕਸੀਕੋ ਦੇ ਲੋਕ ਹੈਗੇ ਆ, ਜਿਹੜੇ ਬਾਰਡਰ ਜੀ ਟੱਪਣ ਵਾਸਤੇ ਉਹ ਪਹਿਲਾਂ ਏਜੰਟਾਂ ਤੋਂ ਪੈਸੇ ਲੈਂਦੇ ਆ ਤੇ ਫਿਰ ਉਹ ਜੀ ਕੀ ਪੈਸੇ ਲੈਣੇ ਬੰਦ ਕਰ ਦੇਣਗੇ? ਫਿਰ ਉਹਦਾ ਕੀ ਹੋਊਗਾ? ਦੇਖੋ, ਮੀਟਿੰਗ ਦਾ ਮਤਲਬ ਤੇ ਇਹੀ ਨਿਕਲਦਾ ਬਰਾੜ ਸਾਹਿਬ ਕਿ ਜੇ ਯੂਐਸਏ ਵਾਲੇ ਹੁਣ ਸ਼ਰੇਆਮ ਆ ਕੇ ਮੈਕਸੀਕੋ ਨੂੰ ਕਹਿ ਰਿਹਾ ਕਿ ਇਹ ਕੰਮ ਤੁਸੀਂ ਬੰਦ ਕਰੋ ਜਾਂ ਘਟਾਓ, ਤਾਂ ਹੁਣ ਮੈਕਸੀਕੋ ਦੇ ਗਰਾਊਂਡ ਲੈਵਲ ਤੱਕ ਇਹ ਮੈਸੇਜ ਆਊਗਾ ਕਿ ਭਾਈ ਹੁਣ ਅੱਗੋਂ ਆਪਾਂ ਨੂੰ ਘੂਰਦੇ ਆ, ਆਪਾਂ ਨੂੰ ਇਹ ਕੰਮ ਰੋਕਣਾ ਪੈਣਾ। ਭਾਵੇਂ ਲੰਮੇ ਸਮੇਂ ਲਈ ਨਹੀਂ, ਭਾਵੇਂ ਇੱਕ ਵਾਰੀ ਜ਼ਰੂਰ ਰੋਕਣ ਨੂੰ, ਜਿਹੜਾ ਆਪਾਂ ਨੂੰ ਇਹ ਰੋਕ ਜ਼ਰੂਰ ਹੈ ਦਿਖੂਗੀ। ਜਿਹੜੀ ਬਾਕੀ ਗੱਲ ਹੈ ਰਿਸ਼ਵਤ ਲੈਣ ਵਾਲੀ ਜਾਂ ਪੈਸੇ ਲੈ ਕੇ ਜਿਹੜੇ ਏਜੰਟ ਲੈ ਕੇ ਆਉਂਦੇ ਆ, ਉਹ ਤਾਂ ਬਰਾੜ ਸਾਹਿਬ ਹਰੇਕ ਨੂੰ ਪਤਾ ਹੈ ਕਿਉਂਕਿ ਇੱਕ ਦੇਸ਼ ਦੇ ਵਿੱਚ ਕੋਈ ਇਲੀਗਲ ਇਮੀਗ੍ਰੈਂਟ ਏਦਾਂ ਨਹੀਂ ਲੰਘ ਸਕਦਾ। ਜਿਵੇਂ ਤੁਹਾਨੂੰ ਪਤਾ, ਇੱਕ ਬਾਰਡਰ ਤੋਂ ਲੈ ਕੇ ਉਹ ਯੂਐਸ ਬਾਰਡਰ ਤੱਕ ਲੈ ਕੇ ਆਉਂਦੇ ਨੇ, ਉਹਨਾਂ ਨੂੰ ਡੌਂਕਰਸ ਕਹਿੰਦੇ ਆ ਸ਼ਾਇਦ। ਪੂਰੀ ਜਿਹੜੀ ਹੈਗੀ ਆ ਥੱਲੇ ਤੋਂ ਲੈ ਕੇ ਉੱਤੋਂ ਤੱਕ ਮਿਲੀ ਭੁਗਤ ਹੁੰਦੀ ਆ, ਨਹੀਂ ਤੇ ਇਹ ਸਾਰਾ ਕੁਝ ਪੋਸੀਬਲ ਨਹੀਂ ਹੋ ਸਕਦਾ। ਤੇ ਉਮੀਦ ਕਰਦੇ ਹਾਂ ਵੀ ਕੁਛ ਨਾ ਕੁਛ ਰੋਕ ਲੱਗੂਗੀ, ਪਰ ਲੱਗਦਾ ਨਹੀਂ ਹੈਗਾ ਵੀ ਰੋਕ ਲੱਗੂਗੀ ਕਿਉਂਕਿ ਜੀ ਜੇ ਰੋਕ ਲੱਗਦੀ ਵੀ ਆ, ਖਰ ਆਪਣੇ ਪੰਜਾਬੀ ਭਾਈ ਭੈਣ ਵੀ ਆਉਂਦੇ ਆ ਉੱਥੋਂ, ਜਿਨ੍ਹਾਂ ਨੂੰ ਚਲੋ ਇੱਕ ਰੋਜੀ ਰੋਟੀ ਵਾਸਤੇ ਆਉਂਦੇ ਆ, ਉਹਨਾਂ ਲਈ ਵੀ ਇੱਕ ਮਾੜੀ ਖਬਰ ਆ ਇਹ। ਨਹੀਂ, ਠੀਕ ਹੈ, ਤੁਹਾਡੀ ਗੱਲ ਵੀ ਠੀਕ ਹੈ, ਪਰ ਆਪਾਂ ਜੇ ਰੋਟੀ ਪਾਣੀ ਦੀ ਗੱਲ ਦੇਖੀਏ ਨਾ, ਆਪਾਂ ਜਿਹੜੇ ਪੰਜਾਬੀ ਭਾਈ ਭੈਣ ਆਉਂਦੇ ਆ, ਆਪਾਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਨਾ ਕਿ ਤੁਸੀਂ ਕਿਸ ਤਰੀਕੇ ਨਾਲ ਇੱਕ ਨੰਬਰ 'ਚ ਆ ਸਕਦੇ ਹੋ। ਰੋਟੀ ਪਾਣੀ ਦਾ ਸਵਾਲ ਇਸ ਕਰਕੇ ਇਹ ਤੁਸੀਂ ਉਠਾਇਆ ਕਿਉਂਕਿ ਤੁਹਾਨੂੰ ਇਹ ਹੈ ਕਿ ਇੰਡੀਆ ਦੇ ਲੋਕ ਅੱਜ ਕੱਲ੍ਹ ਇਸ ਪ੍ਰੈਕਟਿਸ ਦੇ ਨਾਲ ਇੱਥੇ ਆ ਰਹੇ ਨੇ, ਪਰ ਰੋਟੀ ਪਾਣੀ ਦੀ ਬਰਾੜ ਸਾਹਿਬ ਚਿੰਤਾ ਉਹਨਾਂ ਦੀ ਵੀ ਕਰੀਏ ਜਿਹੜੇ ਇੱਥੇ ਆ ਕੇ ਵਸੇ ਨੇ, ਜਿਨ੍ਹਾਂ ਦਾ ਕਾਫੀ ਖਰਚਾ ਹੋਇਆ ਹੈ ਤੇ ਇਸ ਵੇਲੇ ਉਹ ਜਦੋਂ ਕੰਮ ਲੈਣ ਜਾਂਦੇ ਨੇ, ਕੰਮ ਨਹੀਂ ਮਿਲਦਾ। ਸੋ ਆਪਾਂ ਨੂੰ ਰੋਟੀ ਪਾਣੀ ਦੀ ਚਿੰਤਾ ਚਲੋ ਹਰੇਕ ਦੀ ਹੋਣੀ ਚਾਹੀਦੀ ਹੈ, ਪਰ ਆਪਾਂ ਆਪਣੇ ਭਾਈ ਭੈਣਾਂ ਨੂੰ ਇਹੀ ਕਹਾਂਗੇ ਕਿ ਕਦੇ ਵੀ ਜਿਹੜਾ ਰਿਸਕੀ ਵੇ ਆ ਉਹ ਤੁਸੀਂ ਨਾ ਅਖਤਿਆਰ ਕਰੋ, ਇੱਕ ਨੰਬਰ 'ਚ ਆਉਣ ਬਾਰੇ ਸੋਚੋ। ਜੀ, ਡਰਾਈਵਰਲੈਸ ਟਰੱਕਾਂ ਦੀ ਕਾਫੀ ਗੱਲਬਾਤ ਸੁਣੀ ਜਾ ਰਹੀ ਸੀ ਵੀ ਕਹਿੰਦੇ ਡਰਾਈਵਰਲੈਸ ਟਰੱਕ ਆ ਰਹੇ ਆ ਤੇ ਉਹਨਾਂ ਨਾਲ ਟਰੱਕ ਡਰਾਈਵਰਾਂ ਨੂੰ ਬੜਾ ਉਹ ਘਾਟਾ ਪੈ ਸਕਦਾ। ਤੇ ਹੁਣੇ ਖਬਰ ਆਈ ਹੈ ਵੀ ਜਿਹੜੀ ਬੈਨ ਹੋ ਰਿਹਾ ਸੀਗਾ ਡਰਾਈਵਰਲੈਸ ਟਰੱਕਾਂ ਤੇ, ਉਹਦੇ ਤੇ ਨਵੀਂ ਅਪਡੇਸ਼ਨ ਆਈ ਹੈ। ਕੀ ਅਪਡੇਸ਼ਨ ਉਹ? ਹਾਂਜੀ ਬਰਾੜ ਸਾਹਿਬ, ਕੈਲੀਫੋਰਨੀਆ ਦੇ ਗਵਰਨਰ ਨਿਊਸੋਮ ਨੇ ਇਹ ਜਿਹੜੇ ਡਰਾਈਵਰਲੈਸ ਟਰੱਕਾਂ ਤੇ ਬੈਨ ਵਾਲਾ ਬਿੱਲ ਸੀ, ਇਸ ਬਿੱਲ ਨੂੰ ਡੰਪ ਕਰ ਦਿੱਤਾ ਹੈ। ਫਰਾਈਡੇ ਨੂੰ ਇਹ ਬਿੱਲ ਬਲੌਕ ਕਰ ਦਿੱਤਾ ਉਹਨਾਂ ਨੇ। ਹੁਣ ਡਰਾਈਵਰਲੈਸ ਟਰੱਕਾਂ ਦੀ ਆਮਦ ਕਹਿੰਦੇ ਹੋਏਗੀ ਹੀ ਹੋਏਗੀ, ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਦਰਅਸਲ ਬਿੱਲ ਨੰਬਰ ਸੀ ਇਹ 316, ਜਿਹਦੇ ਵਿੱਚ ਇਹ ਮੁੱਖ ਮੁੱਦਾ ਸੀ ਕਿ ਡਰਾਈਵਰਲੈਸ ਟਰੱਕ ਨਹੀਂ ਹੋਣੇ ਚਾਹੀਦੇ, ਕੈਲੀਫੋਰਨੀਆ ਦੇ ਵਿੱਚ ਤਾਂ ਹਰਗਿਜ਼ ਨਹੀਂ ਹੋਣੇ ਚਾਹੀਦੇ ਕਿਉਂਕਿ ਇਹ ਜਿਹੜੇ ਟਰੱਕ ਡਰਾਈਵਰਸ ਆ, ਹੈਲਪਰਸ ਆ, ਉਹਨਾਂ ਦੀਆਂ ਜੌਬਸ ਖਾ ਜਾਣਗੇ। ਬਿੱਲ ਨੰਬਰ 316 ਦੇ ਵਿੱਚ ਡਰਾਈਵਰਲੈਸ ਟਰੱਕਾਂ ਦਾ ਵੈਸੇ ਕੈਲੀਫੋਰਨੀਆ ਦੇ ਵਿੱਚ ਵੈਲਕਮ ਹੈ, ਪਰ ਉਹਨਾਂ ਦੇ ਵਿੱਚ ਇੱਕ ਕਲੌਜ਼ ਹੋਣਾ ਜ਼ਰੂਰੀ ਸੀ ਕਿ ਡਰਾਈਵਰਲੈਸ ਟਰੱਕ ਆ ਜਿਹੜਾ, ਉਹਦੇ ਵਿੱਚ ਘੱਟੋ ਘੱਟ ਇੱਕ ਬੰਦਾ ਜ਼ਰੂਰ ਹੋਵੇ, ਚਾਹੇ ਉਹ ਡਰਾਈਵਿੰਗ ਸੀਟ ਤੇ ਹੋਵੇ ਚਾਹੇ ਨਾ ਹੋਵੇ, ਪਰ ਬਿਲਕੁਲ ਹੀ ਬੰਦੇ ਤੋਂ ਬਿਨਾਂ ਤੁਸੀਂ ਕਹਿ ਲਓ ਹਿਊਮਨ ਰਹਿਤ ਟਰੱਕ ਨਹੀਂ ਹੋਣਾ ਚਾਹੀਦਾ। ਕਹਿੰਦੇ ਇਹਦੇ ਨਾਲ ਜਿਹੜੀਆਂ ਜੌਬਸ ਆ ਉਹ ਘਟਣਗੀਆਂ, ਆਮ ਲੋਕਾਂ ਦੇ ਵਿੱਚ ਨਿਰਾਸ਼ਾ ਵਧੂਗੀ। ਪਰ ਗਵਰਨਰ ਨਿਊਸੋਮ ਨੇ ਕਿਹਾ
ਕਿ ਇਹ ਜਿਹੜਾ ਬਿੱਲ ਆ ਇਹ ਰੈਗੂਲੇਸ਼ਨਸ ਤੋਂ ਪਾਸੇ ਆ, ਇਸ ਕਰਕੇ ਮੈਂ ਇਸ ਨੂੰ ਡੰਪ ਕਰ ਰਿਹਾ। ਉਹ ਕਹਿੰਦੇ ਕਿ ਜਿਹੜਾ ਮੌਜੂਦਾ ਲਾਅ ਹੈ ਉਹਦੇ ਨਾਲ ਰੈਗੂਲੇਟਿੰਗ ਫਰੇਮਵਰਕ ਬਿਲਕੁਲ ਠੀਕ ਠਾਕ ਕੰਮ ਕਰ ਰਿਹਾ। ਹੋਰ ਕਿਸੇ ਕਿਸਮ ਦੀ ਇਸ ਲਾਅ ਦੇ ਵਿੱਚ, ਖਾਸ ਕਰਕੇ ਮੋਟਰ ਵਹੀਕਲ ਲਾਅ ਆ ਜਿਹੜਾ, ਇਹਦੇ ਵਿੱਚ ਕਿਸੇ ਕਿਸਮ ਦੀ ਤਬਦੀਲੀ ਦੀ ਲੋੜ ਨਹੀਂ ਹੈ। ਦੂਸਰੀ ਗੱਲ ਉਹਨਾਂ ਨੇ ਕਹੀ ਕਿ ਜਿਹੜੇ ਆਟੋਨੋਮਸ ਵਹੀਕਲਸ ਆ ਉਹਨਾਂ ਨੂੰ ਕੈਲੀਫੋਰਨੀਆ ਦੀਆਂ ਪਬਲਿਕ ਰੋਡਸ ਦੇ ਉੱਤੇ ਡਿਪਲੋਏ ਕਰਨਾ ਜਾਂ ਟੈਸਟ ਕਰਨਾ, ਇਹਦੀ ਪ੍ਰੋਪਰ ਅਥਾਰਟੀ ਹੈਗੀ ਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਦੇ ਕੋਲੇ। ਸੋ ਆਪਾਂ ਨੂੰ ਨਵਾਂ ਲਾਅ ਬਣਾਉਣ ਦੀ ਕੋਈ ਲੋੜ ਨਹੀਂ, ਇਹਦੇ ਵਿੱਚ ਤਬਦੀਲੀ ਦੀ ਕੋਈ ਲੋੜ ਨਹੀਂ ਹੈ। ਸੋ ਉਹ ਕਹਿੰਦੇ ਆ ਕਿ ਡਰਾਈਵਰਲੈਸ ਟਰੱਕ ਆਉਣਗੇ ਹੀ ਆਉਣਗੇ। ਇਹ ਕਿਸੇ ਕੰਪਨੀ ਦਾ ਨਿੱਜੀ ਮਾਮਲਾ ਹੋ ਸਕਦਾ ਕਿ ਉਹਨਾਂ ਨੇ ਵਿੱਚ ਬੰਦਾ ਬਿਠਾਉਣਾ ਕਿ ਨਹੀਂ ਬਿਠਾਉਣਾ। ਸੋ ਜਦੋਂ ਲੈਜਿਸਲੇਚਰ ਦੇ ਵਿੱਚ ਇਹਦੇ ਤੇ ਚਰਚਾ ਚੱਲ ਰਹੀ ਸੀ, ਇਹ ਵੀ ਜ਼ਿਕਰਯੋਗ ਹੈ ਕਿ ਕੁਝ ਲਾਅ ਮੇਕਰਸ ਆ ਉਹਨਾਂ ਨੇ ਲੈਜਿਸਲੇਚਰ ਦੇ ਵਿੱਚ ਬੈਠ ਕੇ, ਅਸੈਂਬਲੀ ਦੇ ਵਿੱਚ ਬੈਠ ਕੇ ਵੀ ਇਸ ਬਿੱਲ ਦਾ ਵਿਰੋਧ ਕੀਤਾ ਸੀ, ਇਸ ਬਿੱਲ ਦੇ ਅਗੇਂਸਟ ਵੋਟਿੰਗ ਕੀਤੀ ਸੀ। ਜੀ ਬਰਾੜ ਸਾਹਿਬ। ਥੋੜੀ ਜਿਹੀ ਡਿਸਕਸ਼ਨ ਕਰ ਲਈਏ ਵੀ ਇਸ ਤਰ੍ਹਾਂ ਪੋਸੀਬਲ ਵੀ ਹੈਗਾ ਵੀ ਕੋਈ ਡਰਾਈਵਰਲੈਸ ਟਰੱਕ ਆ ਸਕਦਾ, ਜੇ ਮੰਨ ਕੇ ਚੱਲੋ ਵੀ ਟਰੱਕ ਇੱਕ ਥਾਂ ਤੋਂ ਦੂਜੀ ਥਾਂ ਜਾ ਵੀ ਵੜਿਆ ਹਨਾ, ਫਿਰ ਜੀ ਉਹਦਾ ਬੈਕ ਕਰਨਾ, ਇਹ ਕਰਨਾ, ਉਹਨੂੰ ਉੱਥੇ ਲਾ ਕੇ ਅਨਲੋਡ ਕਰਨਾ, ਇਹਨਾਂ ਟੈਕਨੀਕਲ ਚੀਜ਼ਾਂ ਨੂੰ ਤਾਂ ਫਿਰ ਨਹੀਂ ਕਵਰ ਕਰ ਸਕਦਾ ਮੇਰੇ ਹਿਸਾਬ ਨਾਲ। ਇੰਨੀ ਇੰਟੈਲੀਜੈਂਸ ਤਾਂ ਇੰਨੀ ਸਟਰੋਂਗ ਨਹੀਂ ਹੋਣੀ। ਨਹੀਂ, ਇਹ ਸਾਰੇ ਕਿਸਤੇ ਜਿਹੜਾ ਵੀ ਤੁਸੀਂ ਕਹਿੰਦੇ ਨਾ ਅੱਗੇ ਕਰਨਾ ਪਿੱਛੇ ਕਰਨਾ, ਟ੍ਰੈਫਿਕ ਨੂੰ ਮੋਨੀਟਰ ਕਰਨਾ, ਅੱਗੇ ਕੋਈ obstacle ਆ ਗਿਆ ਉਹਦੇ ਬਾਰੇ ਜਾਣਕਾਰੀ ਹੋਣੀ, ਇਹ ਸਾਰੀ ਟੈਕਨੋਲੋਜੀ ਡਿਵੈਲਪ ਹੋ ਰਹੀ ਹੈ ਜਾਂ ਇਹ ਕਹ ਲਓ ਕਿ ਕਾਫੀ ਹੱਦ ਤੱਕ ਹੋ ਹੀ ਚੁੱਕੀ ਹੈ। ਜਦੋਂ ਵੀ ਕੋਈ ਛੋਟੇ ਟਰੱਕ ਹੁੰਦੇ ਆ ਜਿਹੜੇ ਤੁਸੀਂ ਕਹ ਲਓ ਕਿ ਡਿਲੀਵਰੀਜ਼ ਵਗੈਰਾ ਦੇ ਵਿੱਚ ਯੂਜ਼ ਹੁੰਦੇ ਆ, ਜਾਂ ਛੋਟੀਆਂ ਕਾਰਗੋਜ਼ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਛੋਟੀਆਂ ਸ਼ਿਪਮੈਂਟਸ ਨੂੰ ਮੂਵ ਕਰਨ ਦੇ ਲਈ ਯੂਜ਼ ਹੁੰਦੇ ਆ, ਤਾਂ ਉੱਥੇ ਇਹ ਟਰੱਕਾਂ ਦਾ ਯੂਜ਼ ਹੋਊਗਾ ਪਹਿਲੇ ਪਹਿਲ, ਕਿਉਂਕਿ ਜਿਹੜੇ ਵੱਡੇ ਹੈਵੀ ਟਰੱਕ ਆ ਉੱਥੇ ਵੀ ਇਸ ਨੂੰ ਇੰਪਲੋਏ ਕੀਤਾ ਜਾਊਗਾ ਇਸ ਚੀਜ਼ ਨੂੰ, ਉੱਪਰ ਬਾਅਦ ਦਾ ਵਿਸ਼ਾ ਹੈ। ਕਰੀਏ ਕਿ ਜਿਹੜੀਆਂ ਛੋਟੀਆਂ ਸ਼ਿਪਮੈਂਟਸ ਆ ਉਹਨਾਂ ਨੇ ਜੇ ਮੰਨ ਲਓ ਵਿਦਨ ਸਿਟੀ ਜਾਣਾ, ਵਿਦਨ ਫਿਊ ਕਿਲੋਮੀਟਰਸ ਜਾਣਾ, ਉਹਨਾਂ ਨੂੰ ਇੱਕ ਥਾਂ ਤੋਂ ਤੋਰ ਦਿੱਤਾ ਜਾਊਗਾ ਤੇ ਅਗਲੀ ਥਾਂ ਤੇ ਜਾ ਕੇ ਰੁਕਣ ਦਾ ਜਿਹੜਾ ਹੈਗਾ, ਜਿਹੜਾ ਪਾਰਟੀਕੂਲਰ ਡੈਸਟੀਨੇਸ਼ਨ ਹੈ, ਉੱਥੋਂ ਦਾ ਮੈਪ, ਉੱਥੋਂ ਦਾ ਟਾਰਗੇਟ ਉਹਨੂੰ ਫਿਕਸ ਕਰ ਦਿੱਤਾ ਜਾਊਗਾ। ਜਦੋਂ ਉਹ ਕਹਿ ਲਓ ਕਿ ਇੱਕ ਯਾਰਡ ਦੇ ਵਿੱਚ ਪਹੁੰਚ ਗਿਆ ਜਾਂ ਕਿਸੇ ਕੰਪਨੀ ਦੇ ਵਿੱਚ ਕੋਈ ਸਮਾਨ ਲੈ ਕੇ ਪਹੁੰਚ ਗਿਆ, ਅੱਗੋਂ ਜਿਹੜਾ ਹੋਊਗਾ ਬੰਦਾ ਸੈਲਫਲੀ ਵੀ ਉਸ ਨੂੰ ਟੈਕਲ ਕਰ ਸਕਦਾ ਹੈ। ਪਰ ਟੈਕਨੋਲੋਜੀ WhatsApp ਇੱਥੋਂ ਤੱਕ ਡਿਵੈਲਪ ਹੋ ਰਹੀ ਹੈ ਕਿ ਉਹਨੇ ਕਿਹੜੀ ਥਾਂ ਤੇ ਜਾ ਕੇ ਰੁਕਣਾ ਜਾਂ ਕਿਹੜੇ ਗਡਾਊਨ ਦੇ ਅੱਗੇ ਰੁਕਣਾ, ਉਹ ਸਾਰਾ ਕੁਝ ਉਹ ਆਪਣੇ ਆਪ ਟੈਕਲ ਕਰਨ ਜੋਗਾ ਹੋ ਜਾਊਗਾ। ਥੋੜਾ ਜਿਹਾ ਜੇ ਆਪਾਂ ਪ੍ਰਯਾਸ ਲਾਂਘਾ ਲੱਗੇ ਵੀ ਐਵੇਂ ਵੀ ਟੈਕਨੋਲੋਜੀ ਹੋ ਸਕਦੀ ਹੈ, ਕੀ ਪਤਾ ਉਹਦੇ ਕੈਮਰੇ ਲੱਗੇ ਹੁਣ ਚਾਰੇ ਪਾਸੇ, ਤੇ ਜਿਹੜੇ ਜੀ ਕੈਮਰੇ ਇਨਪੁੱਟ ਦੇਣਗੇ, ਜੀ ਆਊਟਪੁੱਟ ਦੇਣਗੇ, ਕਿਸੇ ਸਟੂਡੀਓ ਦੇ ਵਿੱਚ ਜਾ ਕੇ ਦੇ ਸਕਦੇ ਆ, ਕਿਸੇ ਆਫਿਸ ਦੇ ਵਿੱਚ ਜਾ ਕੇ ਦੇ ਸਕਦੇ ਆ। ਹੋ ਸਕਦਾ ਬੰਦਾ ਕੰਪਿਊਟਰ ਤੇ ਬੈਠਾ ਸਾਰੇ ਕੈਮਰੇ ਦੇਖ ਰਿਹਾ ਹੋਵੇ, ਵੀ ਆਖ ਰਿਹਾ ਵੀ ਜੀ ਇੱਧਰ ਕੋਈ ਚੀਜ਼ ਆਉਂਦੀ ਹੈ ਤਾਂ ਇਸ ਨੂੰ ਮੈਂ ਇਸ ਤਰ੍ਹਾਂ ਮੋੜ ਸਕਦਾ, ਇਸ ਤਰ੍ਹਾਂ ਕਰ ਸਕਦਾ, ਰਿਮੋਟਲੀ ਕੰਟਰੋਲ ਕਰ ਸਕਦੇ, ਇਸ ਤਰ੍ਹਾਂ ਦਾ ਕਨਸੈਪਟ ਪੱਕਾ ਹੋ ਸਕਦਾ ਇਹਦੇ 'ਚ। ਹਾਂਜੀ ਬ੍ਰੈਡ ਸਾਹਿਬ, ਅੱਜ ਕੱਲ੍ਹ ਇੱਕ ਨਵੀਆਂ ਕਾਰਸ ਦੇ ਵਿੱਚ ਵੀ ਆਲਮੋਸਟ ਸਾਰੇ ਵਹੀਕਲ ਦੇ ਵਿੱਚ ਟੈਕਨੋਲੋਜੀ ਆ ਰਹੀ ਹੈ 360 ਕੈਮਰਾ। ਉਸਨੂੰ ਕਈ ਕੈਮਰਾਜ਼ ਦੇ ਸੈਟਅਪ ਦੇ ਨਾਲ ਇਸ ਤਰ੍ਹਾਂ ਕਨੈਕਟ ਕੀਤਾ ਹੁੰਦਾ ਕਿ ਇੱਕ ਬੰਦਾ ਚਾਹੇ ਉਹ ਗੱਡੀ ਦੇ ਵਿੱਚ ਬੈਠਾ ਕਿਸੇ ਵੀ ਐਂਗਲ ਨੂੰ ਦੇਖ ਸਕਦਾ, ਚਾਹੇ ਉਹ ਬਲੌਕਡ ਐਂਗਲ ਹੋਵੇ, ਪ੍ਰੋਪਰ ਇੱਕ 360 ਵਿਊ ਜਿਹੜਾ ਹੈਗਾ ਮਿਲ ਜਾਂਦਾ ਹੈ। ਹੁਣ ਇੱਥੇ ਇਹ ਹੈ, ਮੰਨ ਲਓ ਤੁਸੀਂ ਜਿਵੇਂ ਕਿਹਾ ਕਿ ਇੱਕ ਬੰਦਾ ਦਫ਼ਤਰ ਦੇ ਵਿੱਚ ਬੈਠ ਕੇ, ਆਫਿਸ ਦੇ ਵਿੱਚ ਬੈਠ ਕੇ ਇੱਕ ਟਰੱਕ ਨੂੰ ਮੋਨੀਟਰ ਕਰ ਰਿਹਾ। ਹੁਣ ਗੱਲ ਇਹ ਹੈ ਕਿ ਉਹ ਬੰਦਾ ਘੱਟੋ ਘੱਟ 3-4 ਟਰੱਕਸ ਨੂੰ ਮੇਬੀ ਐਟ ਅ ਟਾਈਮ ਵੀ ਮੋਨੀਟਰ ਕਰ ਸਕਦਾ ਹੈ। ਇਹੀ ਵਿਸ਼ਾ ਸੀਗਾ ਬਿੱਲ ਦਾ, ਕਿ ਜਦੋਂ ਇੱਕ ਬੰਦਾ 3-4-5 ਬੰਦਿਆਂ ਦਾ ਕੰਮ ਕਰਨ ਲੱਗ ਪਿਆ ਤਾਂ ਕੁਛ ਬੰਦਿਆਂ ਦਾ ਜਿਹੜਾ ਰੁਜ਼ਗਾਰ ਹੈ ਖੁੱਸ ਜਾਊਗਾ। ਪਰ ਗਵਰਨਰ ਨਿਊਸੋਮ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਜੀ, ਹੁਣ ਮਤਲਬ ਫਿਰ ਇਹ ਹੁਣ ਟਰੱਕ ਆਉਣਗੇ ਹੀ ਆਉਣਗੇ। ਹਾਂਜੀ ਹਾਂਜੀ, ਟਰੱਕ ਆਉਣਗੇ। ਬਾਕੀ ਬੰਦਾ ਬੈਠਣਾ ਨਾ ਬੈਠਣਾ, ਜਿਹੜੀ ਵੀ ਕੰਪਨੀ ਉਹ ਟਰੱਕ ਪਰਚੇਜ਼ ਕਰੇਗੀ ਉਹਦੀ ਇੱਛਾ ਕਿ ਉਸਨੇ ਬੰਦੇ ਨੂੰ ਨਾਲ ਬਿਠਾਉਣਾ ਕਿ ਨਹੀਂ ਵਿੱਚ ਉਹਦੇ। ਵੈਸੇ ਬਣੇਗਾ ਪ੍ਰੋਪਰ ਬਰਾੜ ਸਾਹਿਬ, ਕੈਬਨ ਵਗੈਰਾ ਸਾਰਾ ਕੁਝ ਉਹਨਾਂ ਦੇ ਵਿੱਚ ਹੁੰਦਾ। ਇਹ ਨਹੀਂ ਕਿ ਜੇ ਡਰਾਈਵਰ ਲੈਸ ਆ ਤਾਂ ਉਹਦੇ ਵਿੱਚ ਮਤਲਬ ਡਰਾਈਵਰ ਦੀ ਜਗ੍ਹਾ ਹੈ ਨਹੀਂ, ਹੋਊਗੀ ਜਗ੍ਹਾ, ਬੰਦਾ ਬੈਠੂਗਾ ਜਾਂ ਨਹੀਂ ਇਹ ਭਵਿੱਖ ਦੀ ਗੱਲ ਹੈ। ਪਰ ਇੱਕ ਗੱਲ ਇਹਦੇ ਵਿੱਚ ਉਹ ਇਹ ਵੀ ਹੋ ਸਕਦੀ ਹੈ ਨਾ, ਵੀ ਜੇ ਕੋਈ ਬੰਦੇ ਜਿਨ੍ਹਾਂ ਕੋਲੇ ਟਰੱਕ ਹੈਗਾ ਜੀ ਉਹ ਆਪਦਾ ਟਰੱਕ ਰੱਖਣ ਜਾਂ ਟਰੱਕ ਨੂੰ ਚੇਂਜ ਕਰ ਲੈਣ। ਇਹ ਨਾ ਜੀ ਹੋਵੇ ਵੀ ਕਿਸੇ ਕੰਪਨੀ ਨੂੰ ਵੀ ਕੋਈ 100 ਟਰੱਕ ਲੈ ਕੇ ਛੱਡ ਦੇ ਤੇ ਇੱਕ ਬੰਦਾ ਹੀ 100 ਟਰੱਕਾਂ ਦਾ ਕੰਮ ਕਰਵਾਈ ਜਾਂਦਾ। ਐਵੇਂ ਹੋਣਾ ਚਾਹੀਦਾ ਵੀ ਪਰ ਬੰਦੇ ਨੂੰ ਇੱਕ ਟਰੱਕ ਲੈ ਕੇ ਛੱਡ ਸਕਦਾ ਵੱਡੀਆਂ ਕੰਪਨੀਆਂ। ਫਿਰ ਤਾਂ ਚਲੋ ਇਸ ਚੀਜ਼ ਦਾ ਫਾਇਦਾ ਵੀ ਹੋ ਸਕਦਾ ਵੀ ਇੱਕ ਬੰਦਾ ਜੇ ਟਰੱਕ ਦੀ ਇਨਵੈਸਟਮੈਂਟ ਕਰਕੇ ਛੱਡ ਵੀ ਦਿੰਦਾ, ਉਹ ਘਰੇ ਬੈਠ ਜੀ ਕੇ ਹੋਰ ਕੰਮ ਕਰ ਸਕਦਾ। ਤੇ ਐਵੇਂ ਵੀ ਤਾਂ ਫਾਇਦਾ ਹੋ ਸਕਦਾ। ਇਹ ਹੋ ਸਕਦਾ, ਪਰ ਬਰਾੜ ਸਾਹਿਬ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਪੋਸੀਬਲ ਨਹੀਂ ਹੈ, ਕਿਉਂਕਿ ਕਈ ਕਾਰਪੋਰੇਟਸ ਇਹੋ ਜਿਹੇ ਆ ਜਿਹੜੇ ਟਰੱਕਿੰਗ ਵਗੈਰਾ ਦਾ ਬਿਜ਼ਨਸ ਕਰਦੇ ਆ। ਸੋ ਉਹਨਾਂ ਨੇ ਤਾਂ ਇਨਵੈਸਟਮੈਂਟ ਟਰੱਕਿੰਗ 'ਚ ਕਰਨੀ ਹੈ, ਪਰ ਜੇ ਇੱਕ ਬੰਦੇ ਵਾਲਾ ਰੂਲ ਆਉਂਦਾ ਤਾਂ ਸ਼ਾਇਦ ਉਹ ਐਪਲੀਕੇਬਲ ਨਹੀਂ ਹੋਊਗਾ। USA ਨੇ ਰਸ਼ੀਆ ਦੇ ਨਾਲ ਜਿਹੜੀਆਂ ਫਰਮਾਂ ਸੀਗੀਆਂ ਉਹਨਾਂ 'ਤੇ ਕਾਫੀ ਬੈਨ ਲਾਏ ਆ। ਕੀ ਇਹ ਸਾਰਾ ਮਸਲਾ? ਹਾਂਜੀ, ਬੜੀ ਚਰਚਿਤ ਖਬਰ ਆ ਕਿ US ਨੇ
ਚੀਨ ਅਤੇ ਰਸ਼ੀਆ ਦੀਆਂ ਕੁਝ ਹੋਰ ਨਵੀਆਂ ਫਰਮ ਦੇ ਉੱਤੇ ਰਿਸਟ੍ਰਿਕਸ਼ਨਸ ਲਾ ਦਿੱਤੀਆਂ। ਇਹ ਮਾਮਲਾ ਜੀ ਰਸ਼ੀਅਨ ਮਿਲਟਰੀ ਨੂੰ ਏਡ ਦੇਣ ਦਾ ਜਾਂ ਕਹਿ ਲਓ ਹੈਲਪ ਕਰਨ ਦਾ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਰਸ਼ੀਆ ਤੇ ਚੀਨ ਦੀਆਂ 11 ਕੰਪਨੀ ਦੇ ਉੱਤੇ ਰਿਸਟ੍ਰਿਕਸ਼ਨਸ ਪੁੱਟ ਕੀਤੀਆਂ। ਮੇਨ ਦੋਸ਼ ਇਹਨਾਂ ਦੇ ਉੱਤੇ ਇਹ ਲੱਗਦੇ ਆ ਕਿ ਯੂਕਰੇਨ ਦੇ ਵਿੱਚ ਜਿਹੜਾ ਯੁੱਧ ਹੋ ਰਿਹਾ, ਜਿਹੜਾ ਵਾਰ ਹੋ ਰਿਹਾ ਰੂਸ ਦੇ ਵੱਲੋਂ, ਤੇ ਇਹ ਰੂਸ ਦੀ ਆਰਮੀ ਨੂੰ ਡਰੋਨ ਬਣਾਉਣ ਦੇ ਲਈ ਕੰਪੋਨੈਂਟ ਸਪਲਾਈ ਕਰ ਰਹੀਆਂ ਸੀ ਇਹ 11 ਕੰਪਨੀਆਂ ਦੇ ਵਿੱਚੋਂ ਕੁਝ ਕੰਪਨੀਆਂ। ਜਿਹੜਾ ਦਾ ਕਮਰਸ ਡਿਪਾਰਟਮੈਂਟ ਆਫ ਯੂਐਸ ਹੈ, ਜੋ ਐਕਸਪੋਰਟ ਪਾਲਿਸੀ ਨੂੰ ਓਵਰਸੀ ਕਰਦਾ, ਉਹਨੇ ਟੋਟਲ 28 ਫਰਮਸ ਹੈਗੀਆਂ, ਜਿਹਦੇ ਵਿੱਚ ਕੁਝ ਫਿਨਲੈਂਡ ਦੀਆਂ ਵੀ ਨੇ, ਕੁਝ ਜਰਮਨੀ ਦੀਆਂ ਵੀ ਨੇ। ਸੋ ਸਾਰੀਆਂ ਕੰਪਨੀਆਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦਿੱਤਾ, ਕਿਉਂਕਿ ਯੂਐਸ ਕਹਿੰਦਾ ਕਿ ਇਹ ਜਿਹੜੀ ਸਾਡੇ ਤੋਂ ਟੈਕਨੋਲੋਜੀ ਅਸੀਂ ਇਹਨਾਂ ਨੂੰ ਐਕਸਪੋਰਟ ਕਰਕੇ ਭੇਜਦੇ ਹਾਂ, ਸ਼ਿਪ ਕਰਦੇ ਹਾਂ, ਉਹ ਆਪਣੇ ਤੱਕ ਨਹੀਂ ਰੱਖਦੇ। ਉਹਨਾਂ ਨੂੰ ਗਲਤ ਲੋਕਾਂ ਦੇ ਕੋਲੇ, ਚੰਗੇ ਮੁਲਕਾਂ ਦੇ ਖਿਲਾਫ, ਜਾਂ ਕਹਿ ਲਓ ਕਿ ਯੂਐਸ ਦੇ ਦੁਸ਼ਮਣਾਂ ਦੇ ਕੋਲੇ ਉਸ ਟੈਕਨੋਲੋਜੀ ਨੂੰ ਇਹ ਵੇਚ ਦਿੰਦੇ ਨੇ। 28 ਦੇ ਵਿੱਚੋਂ 9 ਕੰਪਨੀਆਂ ਤੇ ਦੋਸ਼ ਇਹ ਲੱਗਦੇ ਨੇ ਕਿ ਰੂਸ ਨੂੰ ਯੁੱਧ ਦੇ ਵਿੱਚ ਵੱਖ-ਵੱਖ ਚੀਜ਼ਾਂ ਬਣਾ ਕੇ ਭੇਜ ਰਹੇ ਨੇ। ਪਿਛਲੇ ਸਾਲ ਵੀ ਕੁਝ ਫਰਮਸ ਦੇ ਨਾਲ ਜਿਹੜੀਆਂ ਡੀਲ ਆ ਉਹ ਐਂਡ ਹੋਈਆਂ ਸੀ, ਤੇ ਹੁਣ ਵੀ ਜਿਹੜੀਆਂ ਨੇ 28 ਕੰਪਨੀਆਂ ਦੇ ਨਾਲ ਡੀਲਸ ਖਤਮ ਕਰ ਦਿੱਤੀਆਂ ਗਈਆਂ। ਕੁਝ ਦੇ ਉੱਤੇ ਰਸ਼ੀਅਨ ਆਰਮੀ ਨੂੰ ਹੈਲਪ ਕਰਨ ਦੇ ਦੋਸ਼ ਲੱਗੇ ਨੇ, ਤੇ ਕੁਝ ਚੀਨੀ ਫਰਮਾਂ ਦੇ ਉੱਤੇ ਈਰਾਨ ਦੀ ਡਿਫੈਂਸ ਇਕੁਇਪਮੈਂਟ ਬਣਾਉਣ ਦੇ ਵਿੱਚ ਮਦਦ ਕਰਨ ਦੇ ਦੋਸ਼ ਲੱਗੇ ਨੇ। ਜੀ ਬਰਾੜ ਸਾਹਿਬ। ਹੁਣ ਗੱਲ ਚੱਲ ਤਾਂ ਪਈ ਆ, ਪਰ ਯੂਕਰੇਨ ਜਦੋਂ ਯੁੱਧ ਸਟਾਰਟ ਹੋਇਆ ਸੀ ਤਾਂ ਕਹਿੰਦੇ ਸੀ ਕਿ 22 ਦਿਨਾਂ ਦੇ ਵਿੱਚ ਸਾਰਾ ਕੰਮ ਖਤਮ ਹੋ ਜਾਊਗਾ, ਪਰ 22 ਦਿਨਾਂ ਦੇ ਥਾਂ ਤੇ ਤਾਂ 22 ਮਹੀਨੇ ਵੀ ਟੱਪਣ ਵਾਲੇ ਹੋ ਗਏ, ਪਰ ਹਜੇ ਤੱਕ ਉਹ ਚੱਲ ਹੀ ਰਿਹਾ। ਉਹਦੇ ਪਿੱਛੇ ਕੀ ਕਾਰਨ ਹੋ ਸਕਦਾ? ਅਮਰੀਕਾ ਦਾ ਹੱਥ ਹੋਣ ਕਰਕੇ ਇੰਨਾ ਲੰਮਾ ਚਲਾ ਗਿਆ ਯੁੱਧ? ਹਾਂਜੀ, ਦੇਖੋ ਪਤਾ ਕੀ ਹੈ ਕਿ ਮਿਸਕੈਲਕੂਲੇਸ਼ਨਸ ਦੋਵੇਂ ਪਾਸਿਆਂ ਤੋਂ ਸੀਗੀਆਂ। ਪਹਿਲੀ ਗੱਲ ਤੇ ਨੌਬਤ ਨਹੀਂ ਸੀ ਹੋਣੀ ਚਾਹੀਦੀ। ਜਿਹੜਾ ਵੀ ਇਹਨਾਂ ਦਾ ਮਸਲਾ ਸੀਗਾ ਉਹ ਜੇ ਸੁਲਝਾਉਂਦੇ ਤਾਂ ਵਧੀਆ ਸੀਗਾ, ਪਰ ਇਸ ਤਰ੍ਹਾਂ ਕਿ ਰੂਸ ਨੂੰ ਇਹ ਸੀਗਾ ਕਿ ਜਿਹੜਾ ਮੇਰੀ ਤੁਸੀਂ ਕਹਿ ਲਓ ਕਿ ਪਾਵਰ ਆ ਉੱਤੇ ਸਵਾਲੀਆ ਨਿਸ਼ਾਨ ਲਗਾਇਆ ਜਾ ਰਿਹਾ ਇੱਕ ਬਹੁਤ ਛੋਟੇ ਮੁਲਕ ਯੂਕਰੇਨ ਵੱਲੋਂ। ਯੂਕਰੇਨ ਨੂੰ ਇਹ ਸੀ ਕਿ ਮੈਨੂੰ ਇਸ ਵੇਲੇ ਦੁਨੀਆ ਦੀਆਂ ਵੱਡੀਆਂ ਪਾਵਰਾਂ ਜਿਹੜੀਆਂ ਬੈਕ ਕਰ ਰਹੀਆਂ ਨੇ, ਇਸੇ ਮਾਮਲੇ 'ਚ ਜਿਹੜਾ ਮਾਮਲਾ ਬਹੁਤ ਜ਼ਿਆਦਾ ਉਲਝ ਗਿਆ। ਕੋਈ 18 ਦਿਨ ਕਹਿੰਦਾ, ਕੋਈ 20, ਕੋਈ 22 ਦਿਨ ਕਹਿੰਦਾ ਕਿ ਰੂਸ ਨੇ ਕਿਹਾ ਸੀ ਕਿ ਅਸੀਂ ਖਤਮ ਕਰਕੇ ਸਾਰੇ ਦੇ ਉੱਤੇ ਕਬਜ਼ਾ ਕਰ ਲਵਾਂਗੇ, ਪਰ ਅਜੇ ਤੱਕ ਵੀ ਮਾਮਲਾ ਲਮਕ ਰਿਹਾ। ਇਸ ਵੇਲੇ ਵੀ ਜਿਹੜੇ ਲੋਕ ਨੇ ਉਹ ਜਿਹੜੇ ਹਾਲਾਤ ਨੇ ਵੱਧ ਤੋਂ ਬੱਤਰ ਹੁੰਦੇ ਉਹਨਾਂ ਨੂੰ ਦੇਖ ਰਹੇ ਨੇ। ਆਏ ਦਿਨ ਆਪਾਂ ਦੇਖਦੇ ਹਾਂ ਕਿ ਕਿਸੇ ਥਾਂ ਤੇ ਯੂਕਰੇਨ ਨੇ ਕੋਈ ਮਿਜ਼ਾਈਲ ਸੁੱਟ ਦਿੱਤੀ ਹੈ, ਕਿਸੇ ਥਾਂ ਤੇ ਰੂਸ ਆ ਕੇ ਨੁਕਸਾਨ ਕਰ ਦਿੰਦਾ। ਸੋ ਨੁਕਸਾਨ ਓਵਰਆਲ ਹਿਊਮੈਨਿਟੀ ਦਾ ਹੋ ਰਿਹਾ, ਹਿਊਮਨ ਬੀਇੰਗਸ ਦਾ ਹੋ ਰਿਹਾ। ਜੀ ਬਰਾੜ ਸਾਹਿਬ। ਕੋਈ ਪ੍ਰਯਾਸ ਰਾਹੀਆਂ ਹੁਣ ਵੀ ਕਦੋਂ ਕੁ ਤੱਕ ਇਹ ਖਤਮ ਹੋ ਸਕਦਾ ਕਿ ਲੰਮਾ ਚੱਲਣ ਵਾਲਾ? ਇਹਦੇ ਬਾਰੇ ਕੁਛ ਨਹੀਂ ਬਰਾੜ ਸਾਹਿਬ ਕਿਹਾ ਜਾ ਸਕਦਾ। ਵੈਸੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਜਿਹੜੇ ਹੈਗੇ ਨੇ ਵਲਾਦੀਮੀਰ ਪੁਤਿਨ, ਜਿਹੜੇ ਕਰਤਾ ਧਰਤਾ ਨੇ ਰਸ਼ੀਆ ਦੇ, ਉਹਨਾਂ ਦੇ ਅਗੇਂਸਟ ਅਰੈਸਟ ਵਾਰੰਟ ਕੱਢ ਰੱਖਿਆ। ਉਹ ਮਾਸਕੋ ਤੋਂ ਬਾਹਰ ਵੀ ਮੂਵ ਨਹੀਂ ਕਰਦੇ। ਕਿਸੇ ਦੂਜੇ ਦੇਸ਼ 'ਚ ਜਾਣਾ ਤਾਂ ਬਹੁਤ ਵੱਡਾ ਸਵਾਲ ਹੈ। ਉਹ ਕਹਿੰਦੇ ਕਿ ਜਿਹੜਾ ਸਾਰਾ ਕਸੂਰ ਹੈ ਉਹ ਰੂਸ ਦਾ ਹੈ। ਇਸ ਕਰਕੇ ਉਹਨਾਂ ਵੱਲੋਂ ਤਾਂ ਪੂਰੀ ਯਤਨ ਆ, ਤੁਸੀਂ ਕਹਿ ਲਓ ਕਿ ਇੰਟਰਨੈਸ਼ਨਲ ਫੋਰਮ ਜਿਹੜਾ ਸਾਰਾ ਹੈ, ਉਹਦੇ ਵੱਲੋਂ ਕਿ ਕਿਸੇ ਨਾ ਕਿਸੇ ਤਰੀਕੇ ਰੂਸ ਨੂੰ ਨੱਥ ਪਾਈ ਜਾ ਸਕੇ ਤੇ ਇਹ ਯੁੱਧ ਹੈ ਜਿਹੜਾ ਇਹ ਕੰਟਰੋਲ ਕਰ ਲਿਆ ਜਾਵੇ। ਕੈਲੀਫੋਰਨੀਆ ਦੇ ਕਿਸੇ ਆਰਟ ਗੈਲਰੀ ਦੇ ਵਿੱਚੋਂ ਬੁੱਧਾ ਜੀ ਦਾ ਸਟੈਚੂ ਚੋਰੀ ਹੋ ਗਿਆ। ਜੀ ਬੜੀ ਵੱਡੀ ਖਬਰ ਆ। ਹਾਂਜੀ, ਬੜੀ ਵੱਡੀ ਖਬਰ ਇਸ ਕਰਕੇ ਆ। ਇੱਕ ਤਾਂ ਇਹ ਚੋਰੀ ਹੋ ਗਈ, ਐਂਟੀਕ ਜਿਹੜਾ ਹੈਗੀ ਹੈ ਗੈਲਰੀ ਉੱਥੋਂ ਚੋਰੀ ਹੋਈ ਹੈ, ਤੇ ਉਦੋਂ ਵੱਡੀ ਖਬਰ ਇਸ ਕਰਕੇ ਬਣ ਜਾਂਦੀ ਆ ਕਿਉਂਕਿ ਜਿਹੜੀ ਇਹਦੀ ਵੈਲਿਊ ਸੀ ਇਹ $1.5 ਮਿਲੀਅਨ ਸੀ, 1.5 ਮਿਲੀਅਨ US ਡਾਲਰ ਸੀਗੀ। ਇਹ ਜਿਹੜੀ ਗੈਲਰੀ 'ਚ ਚੋਰੀ ਹੋਈ ਹੈ ਜੀ, ਉਹਦਾ ਨਾਮ ਬਰਕਤ ਗੈਲਰੀ ਹੈ, ਤੇ ਐਂਟੀਕ ਚੀਜ਼ਾਂ ਨੂੰ ਇਹ ਸਟੋਰ ਕਰਦੀ ਸੀ। ਤੇ ਜਿਹੜਾ ਬੁੱਧਾ ਦਾ ਸਟੈਚੂ ਇੱਥੋਂ ਚੋਰੀ ਹੋਇਆ, ਉਹਦਾ ਵਜ਼ਨ 250 ਪਾਉਂਡਸ ਸੀਗਾ। LA ਦੀ ਪੁਲਿਸ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜੁਟ ਗਈ ਹੈ, ਤੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਰਾਤੋਂ ਰਾਤ ਚੋਰੀ ਕਿਵੇਂ ਹੋਈ ਹੈ। ਅਥਾਰਟੀਜ਼ ਨੂੰ ਇਸ ਚੋਰੀ ਬਾਰੇ WhatsApp ਮੰਡੇ ਨੂੰ ਇਨਫੋਰਮ ਕੀਤਾ ਗਿਆ ਸੀਗਾ ਕਿ ਬਰਕਤ ਗੈਲਰੀ ਦੇ ਵਿੱਚ ਇੱਕ ਇਨਸੀਡੈਂਟ ਹੋਇਆ। ਬਰਕਤ ਗੈਲਰੀ ਕੁਆਲਿਟੀ ਮਿਊਜ਼ੀਅਮ ਦੇ ਨਾਮ ਤੋਂ ਵੀ ਜਾਣੀ ਜਾਂਦੀ ਹੈ। ਐਂਸ਼ੀਐਂਟ ਆਰਟ ਇੱਥੇ ਰੱਖੇ ਜਾਂਦੇ ਨੇ, ਤੇ ਪੁਲਿਸ ਨੇ ਜਾ ਕੇ ਜਦੋਂ LAPD ਨੇ ਜਾ ਕੇ ਉੱਥੇ CCTV ਫੁਟੇਜ ਵਗੈਰਾ ਖੰਗਾਲੀਆਂ, ਤੇ ਉੱਥੋਂ ਇੱਕ ਚੀਜ਼ ਕਲੀਅਰ ਹੋ ਗਈ ਕਿ ਬੜੀ ਵੈਲ ਪਲਾਨਡ ਚੋਰੀ ਸੀਗੀ, ਜਿਹੜੀ ਦਿਨ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ, ਜਦੋਂ ਕਹਿ ਲਓ ਤੁਸੀਂ ਕੋਈ 3-4 ਵਜੇ ਹੁੰਦੇ ਆ, ਉਦੋਂ ਕਿ ਸਾਰੀ ਘਟਨਾ ਵਾਪਰੀ ਹੈ। ਇਹ 4 ਫੁੱਟ ਉੱਚਾ WhatsApp ਸਟੈਚੂ ਸੀਗਾ, ਤੇ ਜਾਪਾਨ ਦੇ ਈਡੋ ਪੀਰੀਅਡ ਦੇ ਨਾਲ ਰਿਲੇਟਡ ਸੀਗਾ, ਜਿਹੜਾ 1603 ਤੋਂ 1867 ਤੱਕ ਦਾ ਪੀਰੀਅਡ ਸੀਗਾ। ਇਹ ਸਟੈਚੂ ਆਊਟਡੋਰ ਵਾਲੇ ਪਾਸੇ ਸਿਚੁਏਟਡ ਸੀਗਾ, ਮੇਨ ਜਿਹੜਾ ਗੈਲਰੀ ਹਾਲ ਆ ਉੱਥੇ ਨਹੀਂ ਸੀਗਾ। ਵੀਡੀਓ ਤੋਂ ਪਤਾ ਲੱਗਿਆ, ਪੁਲਿਸ ਡਿਪਾਰਟਮੈਂਟ ਨੇ ਦੱਸਿਆ ਕਿ ਇਸ ਤਰ੍ਹਾਂ ਜਾਪਦਾ ਕਿ ਚੋਰ ਪ੍ਰੋਪਰ ਇੰਟੈਂਟ ਨਾਲ ਆਇਆ ਸੀ, ਉਹਨੂੰ ਪੂਰੀ ਤਰ੍ਹਾਂ ਕਲੀਅਰ ਸੀ ਕਿ ਉਹਨੇ ਕਿਹੜੀ ਚੀਜ਼ ਚੋਰੀ ਕਰਨੀ ਹੈ। ਇਸੇ ਕਰਕੇ ਉਹ ਇੱਧਰ ਉੱਧਰ ਨਹੀਂ ਗਿਆ, ਸਿੱਧਾ ਜਾ ਕੇ ਬੁੱਧਾ ਸਟੈਚੂ ਦੇ ਕੋਲ ਗਿਆ। ਉੱਥੇ ਜਾ ਕੇ ਉਸਨੇ ਚੋਰੀ ਦੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ।
25 ਮਿੰਟ ਉਹ ਕੈਮਰਿਆਂ ਦੇ ਸਾਹਮਣੇ ਇੱਧਰ ਉੱਧਰ ਤੁਰਿਆ ਫਿਰਦਾ ਰਿਹਾ। ਜੀ ਬਰਾੜ ਸਾਹਿਬ। ਇਸ ਤਰ੍ਹਾਂ ਦੇ ਜੋ ਸਟੈਚੂ ਆ ਹਰ ਬੰਦੇ ਦੇ ਦਿਮਾਗ 'ਚ ਆਉਂਦਾ ਹੋਣਾ ਵੀ ਇੰਨੇ ਜੀ ਮਹਿੰਗੇ ਕਿਉਂ ਹੁੰਦੇ ਆ, ਕੀ ਕਾਰਨ ਆ ਵੀ ਇੰਨੇ ਮਹਿੰਗੇ ਹੁੰਦੇ ਆ? ਹਾਂਜੀ, ਇਹ ਸਵਾਲ ਨਾ ਅਕਸਰ ਲੋਕਾਂ ਦੇ ਮਾਈਂਡ 'ਚ ਆਉਂਦਾ ਹੈ, ਕਿਉਂਕਿ ਦੇਖੋ ਬਣਿਆ ਤਾਂ ਇਹ ਬ੍ਰੌਂਜ਼ ਦਾ ਸੀ, ਕੋਈ ਇਹ ਨਹੀਂ ਕਿ ਕਿਸੇ ਖਾਸ ਧਾਤੂ ਦਾ ਬਣਿਆ ਸੀ। ਮਹਿੰਗੇ ਹੋਣ ਦਾ ਕਾਰਨ ਇਹੀ ਹੈ ਕਿ ਇੱਕ ਐਂਟੀਕ ਹੈ, ਇੱਕ ਖਾਸ ਐਰਾ ਦੇ ਨਾਲ ਇਹ ਸੰਬੰਧ ਹੈ ਇਹਦਾ। ਫਿਰ ਅਗਲੀ ਗੱਲ ਜਿਹੜੀ ਹੈ, ਆਪਾਂ ਨੂੰ ਅਜੇ ਨੌਲੇਜ ਨਹੀਂ ਕਿ ਇਹ ਵੀ ਹੋ ਸਕਦਾ ਕਿ ਕੋਈ ਖਾਸ ਕਿਸਮ ਦੇ ਜਿਹੜੇ ਹੈਗੇ ਨੇ ਕਾਰੀਗਰ ਉਹਨਾਂ ਨੇ ਬਣਾਇਆ ਹੋਵੇ, ਪਰ ਬਹੁਤ ਪੁਰਾਣੀ ਚੀਜ਼ ਆ ਤੇ ਈਡੋ ਪੀਰੀਅਡ ਤੋਂ ਆਈ ਹੈ। ਇਹ ਵੀ ਹੋ ਸਕਦਾ ਕਿ ਜਿਹੜੇ ਇਹਦੇ ਪਹਿਲਾਂ ਓਨਰ ਹੋਣ ਉਹ ਵੀ ਕੋਈ ਖਾਸ ਇਨਸਾਨ ਰਿਹਾ ਹੋਵੇ, ਇਸ ਕਰਕੇ ਇਹਨਾਂ ਦੀ ਵੈਲਿਊ ਵੱਧ ਜਾਂਦੀ ਹੈ। ਤੇ ਫਿਰ ਇਹੋ ਜਿਹੀਆਂ ਚੀਜ਼ਾਂ ਨੂੰ ਲਿਆ ਕੇ ਜਿਹੜਾ ਉਹ ਆਰਟ ਗੈਲਰੀਜ਼ ਵਗੈਰਾ ਦੇ ਵਿੱਚ ਰੱਖਿਆ ਜਾਂਦਾ ਹੈ। ਜੀ ਬਰਾੜ ਸਾਹਿਬ। ਤੁਸੀਂ ਇੱਕ ਹੋਰ ਚੀਜ਼ ਦੇਖੀ ਵੀ ਇਹ ਚੀਜ਼ਾਂ ਪਹਿਲਾਂ ਇੰਡੀਆ ਦੇ ਵਿੱਚ ਮੰਨੀਆਂ ਜਾਂਦੀਆਂ ਵੀ ਬਹੁਤ ਹੁੰਦੀਆਂ ਸੀਗੀਆਂ, ਪਰ ਜੀ ਇਹ ਬਾਹਰਲੇ ਵਾਲੇ ਦੇਸ਼ਾਂ ਦੇ ਵਿੱਚ ਲਿਜਾ ਕੇ ਹੀ ਗੈਲਰੀਆਂ ਦੇ ਵਿੱਚ ਰੱਖੀਆਂ ਗਈਆਂ। ਤੇ ਇੱਕ ਫੋਰਨ ਵਾਲੇ ਬੰਦੇ ਹੀ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਵੀ ਇਸ ਚੀਜ਼ ਦਾ ਵਪਾਰ ਜਾਂ ਕਰਦਾ ਦਿਖਾਉਂਦੇ ਆ, ਉਹ ਕਿਉਂ ਇੰਨੇ ਅਟਰੈਕਟ ਹੁੰਦੇ ਆ? ਦੇਖੋ, ਜਿੱਥੇ ਵੀ ਕਿਤੇ ਕੋਈ ਚੰਗਾ ਆਰਟ ਹੁੰਦਾ ਨਾ ਤੇ ਜਿਵੇਂ ਸਿਆਣੇ ਕਹਿੰਦੇ ਕਿ ਆਰਟ ਦੇ ਕਦਰਦਾਨ ਬਰਾੜ ਸਾਹਿਬ ਦੁਨੀਆ ਦੇ ਹਰੇਕ ਕੋਨੇ ਤੇ ਬੈਠੇ ਆ। ਸੋ ਜਿਵੇਂ ਜਿਵੇਂ ਤੁਸੀਂ ਕਹਿ ਲਓ ਕਿ ਜਿਹੜਾ ਟੂਰਿਜ਼ਮ ਆ ਉਹ ਏਸ਼ੀਅਨ ਕੰਟਰੀਜ਼ ਨੂੰ ਵਧਿਆ, ਏਸ਼ੀਅਨ ਕੰਟਰੀ ਇੰਡੀਆ ਕਹਿ ਲਓ, ਤੁਸੀਂ ਚੀਨ ਕਹਿ ਲਓ, ਸ੍ਰੀਲੰਕਾ ਕਹਿ ਲਓ ਜਾਂ ਜਾਪਾਨ ਕਹਿ ਲਓ, ਇੱਥੇ ਇਹੋ ਜਿਹੇ ਆਰਟ ਬਹੁਤ ਮਿਲਦੇ ਨੇ। ਹਾਲਾਂਕਿ ਯੂਰਪੀਅਨ ਕੰਟਰੀਜ਼ ਵੀ ਹੈਗੀਆਂ ਜਾਂ ਅਫਰੀਕਾ ਦੇ ਇਜਿਪਟ ਦੇ ਵਿੱਚ ਵੀ ਇਹੋ ਜਿਹਾ ਕੁਛ ਬਹੁਤ ਹੁੰਦਾ। ਹੁਣ ਜਿਹੜੇ ਲੋਕ ਵੈਸਟਰਨ ਲੋਕ ਆਉਂਦੇ ਨੇ ਉਹ ਇਹੋ ਜਿਹੀਆਂ ਚੀਜ਼ਾਂ ਦੇਖਦੇ ਨੇ, ਉਹਨਾਂ ਤੋਂ ਮੁਤਾਸਰ ਹੁੰਦੇ ਨੇ। ਫਿਰ ਜੇ ਤਾਂ ਕਿਤੇ ਕਿਤੇ ਤੁਸੀਂ ਕਹਿ ਲਓ ਕਿ ਔਕਸ਼ਨ ਵਗੈਰਾ ਵੀ ਹੁੰਦੀਆਂ, ਆਪਾਂ ਦੇਖਦੇ ਹਾਂ ਅੱਜ ਕੱਲ੍ਹ ਵੈਸਟਰਨ ਲੋਕ ਔਕਸ਼ਨ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਸੋ ਆਰਟ ਦੀ ਕਦਰ ਬਰਾੜ ਸਾਹਿਬ ਹਰੇਕ ਪਾਸੇ ਹੈ, ਪਰ ਜਿਹੜਾ ਜਿਵੇਂ ਆ ਚੋਰੀ ਦਾ ਮਾਮਲਾ ਹੈ, ਇਸ ਤੋਂ ਕਿਸੇ ਨਾ ਕਿਸੇ ਤਰੀਕੇ ਨਿਜਾਤ ਪਾਉਣੀ ਬਹੁਤ ਜ਼ਰੂਰੀ ਹੈ। ਆਪਾਂ ਪਹਿਲਾਂ ਵੀ ਕਈ ਵਾਰੀ ਸੁਣਿਆ ਕਿ ਕਈ ਮਹਿੰਗੇ ਮਹਿੰਗੇ ਆਰਟ ਚੋਰੀ ਹੁੰਦੇ ਰਹੇ ਨੇ। ਆਪਾਂ ਅਗਲੇ ਸ਼ੋਅ ਦੇ ਵਿੱਚ ਆਪਣੀ ਕੋਸ਼ਿਸ਼ ਹੋਊਗੀ ਕਿ ਆਪਾਂ ਗੱਲ ਕਰੀਏ ਕਿ ਜਿਹੜੇ ਹੁਣ ਤੱਕ ਦੇ ਟੌਪ 5 ਆਰਟ ਦੇ ਨਾਲ ਰਿਲੇਟਡ ਵੱਡੀਆਂ ਚੋਰੀਆਂ ਨੇ, ਉਹ ਆਪਾਂ ਕੋਸ਼ਿਸ਼ ਕਰਾਂਗੇ ਆਪਣੇ ਅਗਲੇ ਐਪੀਸੋਡ ਦੇ ਵਿੱਚ ਗੱਲਬਾਤ ਸਾਂਝੀ ਕਰਨ ਦੀ। ਕੈਲੀਫੋਰਨੀਆ ਦੇ ਵਿੱਚ ਫਾਇਰ ਸੀਜ਼ਨ ਆਲਮੋਸਟ ਖਤਮ ਹੋਣ ਵਾਲਾ ਹੀ ਹੈ, ਜੀ ਪਰ ਨੁਕਸਾਨ ਕੋਈ ਜ਼ਿਆਦਾ ਨਹੀਂ ਹੋਇਆਗਾ। ਤੇ ਜੀ ਅੱਗੇ ਵੀ ਇਸ ਤਰ੍ਹਾਂ ਹੀ ਰਹੂਗਾ? ਹਾਂਜੀ ਬਰਾੜ ਸਾਹਿਬ, ਕੈਲੀਫੋਰਨੀਆ ਦੇ ਲੋਕਾਂ ਨੇ ਬੜਾ ਰਾਹਤ ਦਾ ਸਾਹ ਲਿਆ ਹੈ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਲਗਾਤਾਰ ਦੂਸਰੇ ਸਾਲ ਵੀ ਤੁਸੀਂ ਕਹਿ ਲਓ ਕਿ ਬਿਨਾਂ ਨੁਕਸਾਨ ਪਹੁੰਚਾਇਆ ਜਾਂ ਆਲਮੋਸਟ ਬਹੁਤ ਥੋੜਾ ਨੁਕਸਾਨ ਪਹੁੰਚਾਇਆ ਜਿਹੜਾ ਫਾਇਰ ਸੀਜ਼ਨ ਆ ਉਹ ਆਲਮੋਸਟ ਖਤਮ ਹੋਣ ਦੀ ਕਗਾਰ ਤੇ ਆ ਗਿਆ ਹੈ। ਇਹਦੇ ਵਿੱਚ ਵੱਡਾ ਜਿਹੜਾ ਰੋਲ ਬਰਾੜ ਸਾਹਿਬ ਉਹ ਰਿਹਾ ਹੈ ਹਿਸਟੋਰਿਕ ਰੇਨਫਾਲ ਦਾ। ਹਿਸਟੋਰਿਕ ਰੇਨਫਾਲ ਨੇ ਸਟੇਟ ਦੇ ਜਿਹੜੇ ਫਾਇਰ ਸੀਜ਼ਨ ਨੂੰ ਕਿਸੇ ਕਿਸਮ ਦਾ ਖਤਰਾ ਪਹੁੰਚਾਉਣ ਤੋਂ ਬਚਾ ਲਿਆ। ਦਰਅਸਲ 40 ਮਿਲੀਅਨ ਲੋਕਾਂ ਦੀ ਇਸ ਸਟੇਟ ਦੇ ਵਿੱਚ ਪਿਛਲੇ 12 ਮਹੀਨਿਆਂ ਤੋਂ 140% ਆਫ ਐਵਰੇਜ ਰੇਨ ਰਿਕਾਰਡ ਕੀਤੀ ਗਈ ਹੈ। ਭਾਵ ਆਮ ਸਾਲਾਂ ਦੇ ਮੁਕਾਬਲੇ 1.5 ਗੁਣਾ ਵੱਧ ਤੁਸੀਂ ਕਹਿ ਸਕਦੇ ਹੋ। ਇਸ ਰੇਨ ਨੇ ਬਰਾੜ ਸਾਹਿਬ ਇੱਕ ਜਿਹੜਾ ਚੰਗਾ ਕੰਮ ਕੀਤਾ ਹੋਏ ਕਿ 2 ਦਹਾਕਿਆਂ ਦਾ ਤਕਰੀਬਨ 20 ਕੁ ਸਾਲਾਂ ਦਾ ਜਿਹੜਾ ਸੋਕਾ ਕੈਲੀਫੋਰਨੀਆ ਦੀ ਸਟੇਟ ਝੱਲਣ ਵਾਲੀ ਸੀ ਜਾਂ ਝੱਲ ਰਹੀ ਸੀ, ਉਸ ਨੂੰ ਖਤਮ ਕਰ ਦਿੱਤਾ ਹੈ। ਇਹ ਸਾਰੀ ਇਨਫੋਰਮੇਸ਼ਨ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਨੇ ਸਾਂਝੀ ਕੀਤੀ ਹੈ। ਦੂਜੀ ਗੱਲ ਇਹ ਹੈ, ਕਹਿੰਦੇ ਸਪਰਿੰਗ ਸੀਜ਼ਨ ਇਸ ਵਾਰੀ ਲੰਬਾ ਚੱਲਿਆ, ਸਮਰ ਵੀ ਬਹੁਤਾ ਗਰਮ ਨਹੀਂ ਰਿਹਾ, ਇਸ ਨੂੰ ਕੂਲ ਸਮਰ ਕਹਿ ਕੇ ਤੁਸੀਂ ਕਹਿ ਲਓ ਰਿਕਗਨਾਈਜ਼ ਕੀਤਾ ਜਾ ਰਿਹਾ ਹੈ। ਅਗਸਤ ਮਹੀਨੇ ਦੇ ਵਿੱਚ ਕੈਲੀਫੋਰਨੀਆ ਦਾ ਫਸਟ ਮੇਜਰ ਹਰੀਕੇਨ ਆਇਆ 84 ਸਾਲਾਂ ਦੇ ਵਿੱਚ। ਪਰ ਹੁਣ ਜੇ ਮੀਟੀਓਰੋਲੋਜਿਸਟ ਦੀ ਮੰਨੀਏ ਤਾਂ ਉਹ ਕਹਿੰਦੇ ਕਿ ਇਹ ਇੱਕ ਪੈਟਰਨ ਬਣਦਾ ਹੈ। 2020-2021 ਦੇ ਵਿੱਚ ਵਾਈਲਡ ਫਾਇਰ ਨੇ ਭਾਰੀ ਤਬਾਹੀ ਮਚਾਈ। 2022-2023 ਕਹਿੰਦੇ ਸੁੱਖ ਸ਼ਾਂਤੀ ਨਾਲ ਗੁਜ਼ਰ ਗਿਆ, ਪਰ ਇਸੇ ਪੈਟਰਨ ਦੇ ਮੁਤਾਬਿਕ ਹੁਣ 2 ਸਾਲ ਪਹਿਲਾਂ ਮਾੜੇ, ਫਿਰ 2 ਸਾਲ ਚੰਗੇ ਤੇ ਅਗਲੇ 2 ਸਾਲਾਂ ਲਈ ਕਹਿੰਦੇ ਕੈਲੀਫੋਰਨੀਆ ਦੇ ਵਾਸੀ ਇੱਕ ਵਾਰ ਫਿਰ ਤੋਂ ਤਿਆਰ ਹੋ ਜਾਣ, ਕਿਉਂਕਿ 2024 ਦੇ ਵਿੱਚ ਐਕਸਟ੍ਰੀਮ ਫਾਇਰ ਸੀਜ਼ਨ ਹੋ ਸਕਦਾ ਹੈ। ਜੀ, ਇੱਥੇ ਜੇ ਮੈਂ ਤੁਹਾਨੂੰ ਦੱਸਣਾ ਚਾਹਾਂ ਵੀ ਜੇ ਆਪਾਂ ਥੋੜ੍ਹਾ ਜਿਹਾ ਪਹਾੜੀ ਏਰੀਏ 'ਚ ਗਾਂਹ ਜੇ ਜਾਂਦੇ ਹਾਂ ਤਾਂ ਉੱਥੇ ਜਿਹੜੇ ਜੰਗਲਾਂ ਨੂੰ ਅੱਗ ਲੱਗੇ ਆ ਉਵੇਂ ਦਿਖ ਜਾਂਦੇ ਹੈਗੇ ਆ। ਇਹ ਇੱਕ ਜੀ ਬੜਾ ਗੰਭੀਰ ਜਿਹਾ ਮੁੱਦਾ ਇੱਥੇ ਵੈਸੇ ਅੱਗ ਲੱਗਣਾ। ਤੇ ਕੀ ਇਹ ਜਿਹੜੀਆਂ ਅੱਗਾਂ ਲੱਗਦੀਆਂ ਹੈਗੀਆਂ ਇੰਡੀਆ ਦੇ ਵਿੱਚ ਵੀ ਇੰਨੀਆਂ ਲੱਗਦੀਆਂ? ਨਹੀਂ ਬਰਾੜ ਸਾਹਿਬ, ਇੰਡੀਆ ਦੇ ਵਿੱਚ ਅੱਗਾਂ ਬਹੁਤ ਥੋੜ੍ਹੀਆਂ ਲੱਗਦੀਆਂ ਨੇ। ਅੱਗ ਅਕਸਰ ਉਦੋਂ ਹੀ ਲੱਗਦੀ ਹੈ, ਤੁਸੀਂ ਕਹਿ ਲਓ ਕਿ ਜੰਗਲੀ ਏਰੀਆ ਦੇ ਵਿੱਚ, ਫੋਰੈਸਟ ਏਰੀਆ ਦੇ ਵਿੱਚ ਜਦੋਂ ਸਮਰ ਆਉਂਦਾ ਹੈ। ਪਰ ਇੰਡੀਆ ਦੇ ਜਿਹੜੇ ਮੋਸਟਲੀ ਜੰਗਲਸ ਨੇ ਜਾਂ ਤੁਸੀਂ ਕਹਿ ਲਓ ਫੋਰੈਸਟ ਏਰੀਆਜ਼ ਨੇ, ਉਹ ਸਾਰੇ ਹਿੱਲੀ ਸਟੇਸ਼ਨਸ ਤੇ ਹੈ। ਤੇ ਜਦੋਂ ਆਪਣੇ ਸਮਰ ਆਉਂਦਾ ਉਦੋਂ ਨਾਲ ਦੀ ਨਾਲ ਇੰਡੀਆ ਦੇ ਵਿੱਚ ਮੌਨਸੂਨ ਆ ਜਾਂਦਾ। ਸੋ ਜੇ ਕਿਤੇ ਲੱਗਦੀ ਵੀ ਅਗਜ਼ਣੀ ਦੀ ਘਟਨਾ ਕੋਈ ਹੁੰਦੀ ਵੀ ਆ ਤਾਂ ਫਿਰ ਭਾਰੀ ਮੀਂਹ ਤੁਹਾਨੂੰ ਪਤਾ ਹੈ ਜੂਨ ਜੁਲਾਈ ਤੇ ਅਗਸਤ ਦੇ ਵਿੱਚ ਪੈਂਦੇ ਆ। ਐਰਕੀ ਤਾਂ ਖੈਰ ਬਹੁਤ ਜ਼ਿਆਦਾ ਪਏ ਆ। ਸੋ ਤਕਰੀਬਨ ਬਹੁਤ ਘੱਟ ਹੀ ਅੱਗਾਂ ਲੱਗਦੀਆਂ ਨੇ ਤੇ ਮੌਨਸੂਨ ਸੀਜ਼ਨ ਨਾਲ ਹੀ ਇੱਥੇ ਐਂਟਰ ਹੋ ਜਾਂਦਾ, ਉਹਦੇ ਕਰਕੇ ਇੰਡੀਆ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਬਚਤ ਰਹਿੰਦੀ ਹੈ। ਜੀ,
ਗੱਲ ਚੱਲ ਹੀ ਪਈ ਤਾਂ ਕਹਿੰਦੇ ਆ ਕਿ ਬੜਾ ਨੁਕਸਾਨ ਹੋਇਆ ਸੀ ਤੇ ਉਹਦੇ ਨਾਲ ਕੋਈ ਹੁਣ ਠੀਕ ਠਾਕ ਆ ਉੱਥੇ? ਨੁਕਸਾਨ ਦੇਖੋ ਹੋਇਆ ਜ਼ਰੂਰ ਹੈ, ਖਾਸ ਕਰਕੇ ਪਹਾੜੀ ਏਰੀਏ ਦਾ। ਤੇ ਪਹਾੜੀ ਏਰੀਏ ਦਾ ਜਿਹੜਾ ਪਾਣੀ ਸੀ ਉਸਨੇ ਪੰਜਾਬ ਹਰਿਆਣਾ ਦੇ ਵਿੱਚ ਵੀ ਵੱਡੇ ਪੱਧਰ ਤੇ ਤਬਾਹੀ ਮਚਾਈ ਹੈ। ਜੇ ਪੰਜਾਬ ਦੇ ਤੁਸੀਂ ਕਹਿ ਲਓ ਕਿ ਦਰਿਆਵਾਂ ਦੇ ਨਾਲ ਲੱਗਦੇ ਏਰੀਏ, ਬਰਾੜ ਸਾਹਿਬ, ਇੱਕ ਫਸਲ ਦਾ ਉੱਥੇ ਨੁਕਸਾਨ ਹੋ ਚੁੱਕਿਆ ਹੈ। ਲੋਕ ਹੁਣ ਕਣਕ ਦੀ ਤਿਆਰੀ ਕਰਦੇ ਪਏ ਆ ਬਹੁਤ ਐਡਵਾਂਸ ਦੇ ਵਿੱਚ, ਕਿ ਅਸੀਂ ਜਿਹੜੀ ਹੈਗੀ ਆ ਗਿੱਲ ਕਹਿ ਲਓ, ਜਾਂ ਜਿਹੜੀ ਮਿੱਟੀ ਜਿਹੜੀ ਦਰਿਆ ਲੈ ਕੇ ਆਏ ਨੇ ਆਪਦੇ ਨਾਲ, ਕਿੰਨੀ ਕਿੰਨੀ ਮਿੱਟੀ ਚੜਾ ਗਏ ਨੇ, ਉਹਨੂੰ ਪੱਧਰ ਪੁੱਧਰ ਕਰਕੇ ਕਈ ਥਾਵਾਂ ਤੇ ਪੱਥਰ ਪਏ ਨੇ, ਖਾਸ ਕਰਕੇ ਸੁਲਤਾਨਪੁਰ ਕਪੂਰਥਲਾ ਏਰੀਆ ਦੇ ਵਿੱਚ, ਤੇ ਪਿੱਛੇ ਫਿਰੋਜ਼ਪੁਰ ਏਰੀਆ ਦੇ ਵਿੱਚ। ਸੋ ਅਗਲੀ ਜਿਹੜੀ ਹੈਗੀ ਆ ਫਸਲ, ਉਹਦੀ ਤਿਆਰੀ ਐਡਵਾਂਸ ਦੇ ਵਿੱਚ ਕੀਤੀ ਜਾ ਰਹੀ ਹੈ, ਕਿ ਇੱਕ ਫਸਲ ਤਾਂ ਚਲੋ ਗਈ, ਘੱਟੋ ਘੱਟ ਦੂਜੀ ਫਸਲ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ, ਤੇ ਦੂਜੀ ਫਸਲ ਦਾ ਘਾਟਾ ਜਿਹੜਾ ਉਹ ਨਾ ਦੇਖਿਆ ਜਾਵੇ। ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਸਾਡੇ ਨਾਲ ਜੁੜਨ ਵਾਸਤੇ। ਹੋਰ ਕੁਝ ਕਹਿਣਾ ਚਾਹੋ ਐਂਡ ਤੇ? ਹੋਰ ਕੱਲ੍ਹ ਨੂੰ ਆਪਾਂ ਦੋ ਪੰਜਾਬ ਦੀਆਂ ਖਬਰਾਂ ਕਵਰ ਕਰਾਂਗੇ ਜੀ, ਵੱਡੀਆਂ ਖਬਰਾਂ। ਇੱਕ ਤਾਂ ਜਿਹੜਾ ਇੱਥੇ ਇੱਕ ਖਾਸ ਵਿਆਹ ਹੋ ਰਿਹਾ ਕਹਿੰਦੇ ਆਮ ਆਦਮੀ ਪਾਰਟੀ ਦੇ ਆਮ ਜਿਹੇ ਬੰਦੇ ਦਾ, ਤੇ ਦੂਸਰਾ ਪੰਜਾਬ ਦੀ ਸੁਰੱਖਿਆ ਦੀ ਗੱਲ ਕਰਾਂਗੇ, ਕਿਵੇਂ ਥਾਣਿਆਂ ਦੇ ਵਿੱਚ ਥਾਣੇਦਾਰ ਵੀ ਸੇਫ ਨਹੀਂ। ਜੀ ਬਰਾੜ ਸਾਹਿਬ।